परिवार च जिन्ने मैंबर ने सारे कोई कमाई करते हैं, काम करते हैं कोई ना कोई? बहू पढ़ती है खालसा कॉलेज में। अच्छा उसका भी फीस का और कॉपी किताब का खर्चा देना पड़ता है सर। अच्छा, आपकी जो बहू है उसको आप पढ़ाते भी हो? हाँ जी, हाँ जी, खालसा कॉलेज में। ਹੁੰਦੀਆਂ ਨੇ ਜੋ ਉਹਨਾਂ ਨੂੰ ਪੜਾਉਂਦੇ ਨੇ, ਤੇ ਤੁਸੀਂ ਇੱਕ ਮਤਲਬ ਛੱਲੀਆਂ ਦਾ ਵੀ ਕੰਮ ਕਰਕੇ ਜਿਸ ਚ ਕਾਫੀ ਔਖਾ ਗੁਜ਼ਾਰਾ ਕਰਦਾ ਹੁੰਦਾ ਹੋਗਾ, ਤੁਸੀਂ ਤਾਂ ਵੀ ਆਪਣੀ ਨੂੰਹ ਨੂੰ ਪੜਾ ਰਹੇ ਹੋ? हाँ जी सर, बहू की शौक है पापा हम पढ़ेंगे कुछ बनेंगे, तो हमने कहा चल ठीक है बेटी, तेरा इच्छा है पढ़ने की तो तेरे को मैं पढ़ाए कमा करके अब पढ़ी जाओ, मगर कुछ सोच है तो अगर उसको बन के दिखाओ कुछ तब तो ठीक है। रोज ਦੀ किन्नी कमाई कर लेने हो छल्लियां बेच के? कमाई सर छल्ली बेच के देखो, किसी दिन 400 भी बन जाता है, किसी दिन 500 भी बन जाता है, किसी दिन 200 भी बनता है, किसी दिन पल्लो से भी चला जाता है। अगर माल माड़ा मिल गया तो घाटा भी हो जाती है। 27 साल से हम मूंगफली और छल्ली गन्ने का जूस यही काम करते हैं यहाँ पे। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ। ਅਕਸਰ ਤੁਹਾਨੂੰ ਸਾਡੇ ਚੈਨਲ ਉੱਤੇ ਕਰੋਨਾ ਵਾਇਰਸ ਦੇ ਨਾਲ ਅਪਡੇਟ ਦਿਖਾਈ ਦਿੰਦੇ ਹੋਣਗੇ ਜਾਂ ਕੋਈ ਸੀਰੀਅਸ ਸਟੋਰੀਆਂ ਦਿਖਾਈ ਦਿੰਦੀਆਂ ਹੋਣਗੀਆਂ। ਅੱਜ ਜਿਸ ਤਰ੍ਹਾਂ ਮੈਂ ਸਟਾਰਟਿੰਗ ਕੀਤੀ ਹੈ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਮੈਂ ਛੱਲੀ ਖਾ ਰਿਹਾ, ਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਛੱਲੀ ਕਿਉਂ ਖਾ ਰਿਹਾ ਔਰ ਇਦਾਂ ਹੀ ਨੀਚੇ ਬਹਿ ਕੇ ਕਿਉਂ ਖਾ ਰਿਹਾ। ਇਹ ਮੈਂ ਤਾਂ ਖਾ ਰਿਹਾ ਤੁਹਾਨੂੰ ਦੱਸਣ ਵਾਸਤੇ ਕਿ ਇਹ ਉਹ ਚੀਜ਼ ਹੈ ਜੋ ਅਮੀਰ ਗਰੀਬ ਹਰੇਕ ਵਰਗ ਦਾ ਲੋਕ ਪਸੰਦ ਕਰਦਾ ਖਾਣਾ। ਖਾਸ ਕਰਕੇ ਜਦੋਂ ਮੌਨਸੂਨ ਦਾ ਸੀਜ਼ਨ ਹੁੰਦਾ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੌਨਸੂਨ ਆਉਣ ਵਾਲਾ, ਅੱਜ ਵੀ ਜਿਸ ਤਰ੍ਹਾਂ ਮੌਸਮ ਕੁਝ ਸੁਹਾਵਣਾ ਹੋਇਆ ਉਸੇ ਤਰ੍ਹਾਂ ਹੀ ਹਰੇਕ ਵਰਗ ਦਾ ਜਿਹੜਾ ਬੰਦਾ ਹੈ ਉਹ ਇਹ ਛੱਲੀ ਖਾਣਾ ਪਸੰਦ ਕਰਦਾ ਹੈ। ਕੰਮ ਕਦੇ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ। ਕਈ ਲੋਕ ਰੇੜੀਆਂ ਤੇ ਕੰਮ ਕਰਦੇ ਨੇ, ਕਈਆਂ ਦੀਆਂ ਦੁਕਾਨਾਂ ਹੁੰਦੀਆਂ ਨੇ, ਕਈਆਂ ਦੇ ਸ਼ੋਰੂਮ ਵੀ ਹੁੰਦੇ ਨੇ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਛੋਟੀ ਹੁੰਦੀ ਹੈ ਤਾਂ ਬੰਦੇ ਦੀ ਸੋਚ। ਤਾਂ ਸਾਡੇ ਨਾਲ ਅੱਜ ਇੱਥੇ ਇੱਕ ਮੌਜੂਦ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਇੱਥੇ ਲੁਧਿਆਣਾ ਦੇ ਜ਼ੋਨ ਡੀ ਦੇ ਕਾਰਪੋਰੇਸ਼ਨ ਦਫ਼ਤਰ ਦੇ ਨਾਲ ਨਹਿਰ ਦੀ ਨੁੱਕਰ ਤੇ ਛੱਲੀ ਵੇਚਦੇ ਨੇ। ਸਾਈਕਲ ਵਾਲਾ ਵਿਅਕਤੀ ਵੀ ਇੱਥੇ ਆ ਕੇ ਛੱਲੀ ਖਾਂਦਾ ਤੇ ਗੱਡੀਆਂ ਵਾਲੇ ਵੀ ਇੱਥੇ ਆ ਕੇ ਛੱਲੀ ਖਾਂਦੇ ਨੇ। ਤਾਂ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਕਿੰਨੇ ਸਾਲਾਂ ਤੋਂ ਇੱਥੇ ਇਹ ਕੰਮ ਕਰ ਰਹੇ ਨੇ। ਕਦੀ ਇਹਨਾਂ ਨੇ ਸੋਚਿਆ ਨਹੀਂ ਵੀ ਇਹ ਕੰਮ ਛੋਟਾ ਜਾਂ ਵੱਡਾ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਾਂ ਆਪਾਂ ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ। ਰਜਿੰਦਰ ਨਾਮ ਹੈ ਇਹਨਾਂ ਦਾ। ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਇੱਥੇ ਇਹ ਛੱਲੀਆਂ ਦਾ ਕੰਮ ਕਰ ਰਿਹਾ। ਸਰਦੀਆਂ 'ਚ ਮੂੰਗਫਲੀ ਵੇਚਦੇ ਨੇ, ਗਰਮੀਆਂ 'ਚ ਤੇ ਛੱਲੀਆਂ ਵੇਚਦੇ ਨੇ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਰਜਿੰਦਰ जी, कितने सालों तो ये काम कर रहे हो? मेरे को जी 27 साल हो गया इधर। 27 साल से हम मूंगफली और छल्ली गन्ने का जूस यही काम करते हैं यहाँ पे। तो ਤੁਹਾਨੂੰ ਕਦੀ 27 ਸਾਲਾਂ ਦੇ ਵਿੱਚ ਇਹ ਨਹੀਂ ਮਹਿਸੂਸ ਹੋਇਆ ਵੀ ਕੰਮ ਛੋਟਾ ਹੈ? ਨਾ ਕਦੀ ਐਦਾਂ ਕਦੀ ਮਹਿਸੂਸ ਨਹੀਂ ਹੋਇਆ? सर महसूस तो नहीं हुआ। काम तो हमारे सगरे भारी रहेंगे। मूंगफली का भी अपने आप भून के बेचते हैं, छल्ली भी सारा दिन 12 घंटा गर्मी में आग की सेक में बैठ के, ऊपर सूर्य की गर्मी और इधर आग की गर्मी से लड़ना पड़ता है सारा दिन। और परिवार में कितने लोग हैं आपके? परिवार में मैं 6 लोग हूँ। कौन कौन है परिवार? परिवार से एक बेटा है, बहू है और एक बेटी है और एक छोटा मुंडा है 10 साल का। वो अपने सरकारी स्कूल में पढ़ता है मंदिर कोल। ਤੇ 27 ਸਾਲ ਪਹਿਲਾਂ ਜਦੋਂ ਤੁਸੀਂ ਇਹ ਛੱਲੀ ਦਾ ਜਾਂ ਗੰਨੇ ਦੇ ਜੂਸ ਦਾ ਜਾਂ ਮੂੰਗਫਲੀ ਦਾ ਕੰਮ ਸ਼ੁਰੂ ਕੀਤਾ ਸੀ, ਕੀ ਸੋਚ ਕੇ ਕੀਤਾ ਸੀਗਾ ਵੀ ਰੋਜ਼ਗਾਰ ਆਊਗਾ, ਪੈਸੇ ਕਮਾਏ ਜਾਣਗੇ? ਕੀ ਸੋਚ ਕੇ ਉਦੋਂ ਸ਼ੁਰੂ ਕੀਤਾ ਸੀ? जी, ये तो सब 4 पैसे कमाने के लिए सर उतनी दूर से आए, यूपी से, अपने हरदोई जिला हमारा पड़ता है। ਅੱਛਾ हाँ जी। ਅੱਛਾ, ਮਤਲਬ 27 ਸਾਲ ਪਹਿਲਾਂ ਹਰਦੋਈ ਤੋਂ ਲੁਧਿਆਣੇ ਇੱਥੇ ਆਏ ਸੀਗੇ ਤੇ ਇੱਥੇ ਆ ਕੇ ਤੁਸੀਂ ਆ ਛੱਲੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ? हाँ जी, हाँ जी। शुरू में छल्ली और मूंगफली का ही काम, हम गन्ने का काम स्टार्ट किया। यही काम पूरी सीजन में करते हैं। ਤੇ ਜੇ ਆਪਾਂ ਗੱਲ ਕਰੀਏ ਤਾਂ ਇਹ ਛੱਲੀ ਹਰੇਕ ਦੀ ਪਸੰਦ ਹੈ। ਸਾਈਕਲ ਵਾਲਾ ਵਿਅਕਤੀ ਵੀ ਇਹ ਛੱਲੀ ਖਾਂਦਾ ਆ ਕੇ, ਗੱਡੀਆਂ ਵਾਲੇ ਵੀ ਇੱਥੇ ਆ ਕੇ ਇਹ ਛੱਲੀ ਖਾਂਦੇ ਨੇ। ਤਾਂ ਤੁਹਾਨੂੰ ਨਹੀਂ ਕਈ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੇ ਬਾਹਰ ਅਮੀਰ ਲੋਕ ਜਿਹੜੇ ਹੁੰਦੇ ਨੇ ਮੌਲਾਂ ਦੇ ਵਿੱਚ ਕਾਫੀ ਪੈਸੇ ਜਿਹੜੇ ਖਰਚ ਦਿੰਦੇ ਨੇ ਤੇ ਇੱਥੇ ਛੱਲੀ ਦੇ 10 ਰੁਪਏ ਦੇਣ ਲੱਗਿਆਂ ਵੀ ਉਹਦੇ ਵਿੱਚ ਕਹਿੰਦੇ ਨੇ ਕਿ ਰੇਟ ਘੱਟ ਕਰੋ? हाँ जी, वो तो कई किस्म के बंदे आते हैं जी। कई आ जाते हैं, कहते हैं अपना ये तो लूटता भी है। जैसे 10 वाली चीज़ है 5 में भी मांगते हैं। और कई ऐसे बंदे हैं 5 की चीज़ है 10 भी दे जाते हैं। अच्छा, कई लोग ये भी कहते हैं कि आप लूटते हो यहाँ पर? हाँ जी, हाँ जी। अब जिसको अपने कहते तू महंगी लगाता है, ये है उधर 5 रुपये मिलती है तो 20 रुपया 15 रुपया देता है। बहुत लोग हर तरह के जी आते हैं। कोई शराबी भी आ जाते हैं, कोई मांगने वाले भी आ जाते हैं, उनको भी देनी पड़ती है।
ਅੱਛਾ, ਜਿਹੜੇ ਕੋਈ ਮੰਗਣ ਆਉਂਦੇ ਨੇ ਭੁੱਖੇ ਹੁੰਦੇ ਉਹਨਾਂ ਨੂੰ ਵੀ ਤੁਸੀਂ ਦਿੰਦੇ ਹੋ, ਫ੍ਰੀ ਚ ਦਿੰਦੇ क्या ਹੋ? करें सर, देनी पड़ती है। अब अगला मांग रहा है हाथ फैला के, तो कहा अपना बच्चा समझ के, अब छोटा बच्चा है उसको दे देते हैं, खा लो जाकर। ਤੇ ਘਰ ਦਾ ਗੁਜ਼ਾਰਾ ਹੋ ਜਾਂਦਾ ਛੱਲੀਆਂ ਵੇਚਣ ਦੇ ਨਾਲ, ਜਾਂ ਸਰਦੀਆਂ ਦੇ ਵਿੱਚ ਤੁਸੀਂ ਮੂੰਗਫਲੀ ਲਾਉਂਦੇ ਹੋ, ਘਰ ਦਾ ਗੁਜ਼ਾਰਾ ਹੋ ਜਾਂਦਾ? अब गुजारा सर हो ही जाता है। 3,000 रुपये कमरा है जी, 1,000 रुपया बिजली का बिल 2 महीने का आ जाता है, 4,000 तो यही पड़ जाता है। और सर किराए से तो मकान है यहाँ अपना, और उसके बाद में फिर घरवाली काम करती है 3500 का महीने में, उसका किराए में निकल जाता है। हम और बेटा जो कुछ कमाते हैं अपना। कई बार बीमारी भी ऐसी आ जाती है तो बीमारी में भी कहीं दवाई में कहीं पैसे लग जाते हैं। ਪਰਿਵਾਰ ਚ ਜਿੰਨੇ ਮੈਂਬਰ ਨੇ ਸਾਰੇ ਕੋਈ ਕਮਾਈ ਕਰਦੇ ਨੇ, ਕੰਮ ਕਰਦੇ ਨੇ ਕੋਈ ਨਾ ਕੋਈ? बहू पढ़ती है खालसा कॉलेज में, अच्छा उसका भी फीस का और कापी किताब का खर्चा देना पड़ता है सर। अच्छा, आपकी जो बहू है उसको आप पढ़ाते भी हो? हाँ जी, हाँ जी, खालसा कॉलेज में। उसकी मम्मी भी साथ देती है, हाँ। उसकी बहू की मम्मी भी साथ देती है सर, ऐसी बात नहीं है, वो भी पैसे लगा देते हैं। अच्छा, हाँ जी, कई बार एडमिशन में 2 बार पैसे उन्होंने भी लगाया है कि हमारी बिटिया की शौक है, हम उसको भी पढ़ाएंगे। ਹਾਂ ਨਹੀਂ ਤੇ ਮਤਲਬ ਜਿਸ ਤਰ੍ਹਾਂ ਕਈ ਲੋਕਾਂ ਦੀ ਸੋਚ ਹੁੰਦੀ ਹੈ ਕਿ ਵਿਆਹ ਤੋਂ ਬਾਅਦ ਕੁੜੀਆਂ ਨੂੰ ਆਪਣੇ ਨੂੰਹਾਂ ਹੁੰਦੀਆਂ ਨੇ ਜੋ, ਹਾਂਜੀ, ਹਾਂਜੀ। ਉਹਨਾਂ ਨੂੰ ਪੜ੍ਹਾਉਂਦੇ ਨੇ, ਤੇ ਤੁਸੀਂ ਇੱਕ ਮਤਲਬ ਛੱਲੀਆਂ ਦਾ ਵੀ ਕੰਮ ਕਰਕੇ ਜਿਸ 'ਚ ਕਾਫੀ ਔਖਾ ਗੁਜ਼ਾਰਾ ਕਰਦਾ ਹੁੰਦਾ ਹੋਗਾ, ਤੁਸੀਂ ਤਾਂ ਵੀ ਆਪਣੀ ਨੂੰਹ ਨੂੰ ਪੜ੍ਹਾ ਰਹੇ ਹੋ? हाँ जी सर, बहू की शौक है, पापा हम पढ़ेंगे कुछ बनेंगे, तो हमने कहा चल ठीक है बेटी, तेरा इच्छा है पढ़ने की तो तेरे को मैं पढ़ाए कमा करके अब पढ़ी जाओ, मगर कुछ सोच है तो अगर उसको बन के दिखाओ कुछ तब तो ठीक है। तो आपका बेटा क्या काम करता है? बेटा सर पहले तो पढ़ता था, हाई स्कूल फेल है। अच्छा, अब बेटा अभी ये लॉकडाउन में तो बैठा रहा, फैक्ट्री में काम करता था, फैक्ट्री उसकी बंद हो गई है। पेंट, ये टी शर्ट वगैरह छपाई, बनियान छपाई का कलर का काम करता था। ਤੇ ਰੋਜ਼ ਦੀ ਕਿੰਨੀ जलेबी चौक पे। ਅੱਛਾ, ਰੋਜ਼ ਦੀ ਕਿੰਨੀ ਕੁ ਕਮਾਈ ਕਰ ਲੈਂਦੇ ਹੋ ਛੱਲੀਆਂ ਵੇਚ ਕੇ? कमाई सर छल्ली बेच के देखो, किसी दिन 400 भी बन जाता है, किसी दिन 500 भी बन जाता है, किसी दिन 200 भी बनता है, किसी दिन पल्लों से भी चला जाता है। अगर माल माड़ा मिल गया तो घाटा भी हो जाती है। हाँ जी, ਤੇ ਕਮਾਈ ਨਾਲ ਜੋ ਰੋਜ਼ ਦੀ ਹੁੰਦੀ ਹੈ ਉਹਨਾਂ ਖੁਸ਼ ਹੈਗੇ ਹੋ ਤੁਸੀਂ? अब सर खुश है ही जो कुछ है, जब काम बंद है, कोई कारोबार नहीं है, कुछ नहीं चलता है, तो अपना इतने ही में है। किसी जैसे अब कहीं नौकरी करते हैं, 5 दिन किया, 10 दिन किया, पैसा मर जाता है, तो उससे तो यही बढ़िया है सर। ਤੇ ਜੇ ਆਪਾਂ ਗੱਲ ਕਰੀਏ ਤਾਂ ਲੋਕਡਾਊਨ ਦੇ ਵਿੱਚ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਰਹੇ ਸੀਗੇ, ਸਾਰੇ ਤੁਸੀਂ ਬੰਦ ਪਹਿਲਾਂ ਹੀ ਆਪਣਾ ਉਹਨਾਂ ਕੁ ਕੰਮ ਕਰਦੇ ਹੋ ਜਿਹੜਾ ਸਵੇਰੇ ਕਮਾਈ ਕੀਤੀ ਤੇ ਸ਼ਾਮ ਨੂੰ ਰੋਟੀ ਖਾ ਲਈ, ਤਾਂ ਫਿਰ ਉਸ ਲੋਕਡਾਊਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਆਪਣੇ ਘਰ ਦਾ ਗੁਜ਼ਾਰਾ ਕੀਤਾ? इनके बीच सर मैं पहले मूंगफली का काम करते थे, हमारे पास 10-12 हज़ार रुपया पड़ा सीगा, उसका मैंने राशन भरा लिया था, और कुछ 3 महीने का किराया भी मालिक ने नहीं लिया। अच्छा, और उधर फिर एक बार आटे की थैली भी 10 किलो की मिल गई थी, थाने की तरफ से पुलिस वालों ने दी थी। अच्छा, बस और सर इतना ही मिला था मेरे को, और तो कुछ नहीं। तो मैं अपने बच्चे पाल रहे हैं और बच्चों को पढ़ा भी रहे हैं। ਕਿੰਨੇ ਸਾਲਾਂ ਤੋਂ ਤੁਸੀਂ ਦੱਸਿਆ ਸੀ ਇੱਥੇ ਕਰ ਰਹੇ ਹੋ ਕੰਮ? काम तो इधर जी 27 साल हो गया मेरे को लुधियाना आए हुए। काम अपना यही है, मूंगफली और गन्ने का और छल्ली का। ਤੇ ਆ ਕੁਝ ਜ਼ਿੰਦਾ ਲੋਕ ਦਿਲ ਨੇ ਜੋ ਪਿਛਲੇ 27 ਸਾਲਾਂ ਤੋਂ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਆਪਣਾ ਹਰਦੋਈ ਤੋਂ ਛੱਡ ਕੇ ਇੱਥੇ ਲੁਧਿਆਣਾ ਸ਼ਹਿਰ 'ਚ ਆ ਕੇ ਵਸੇ, ਆਪਣਾ ਰੁਜ਼ਗਾਰ ਕਮਾਉਣ ਦੇ ਲਈ ਮੂੰਗਫਲੀਆਂ ਤੇ ਛੱਲੀਆਂ ਵੇਚਣ ਦਾ ਜਿਹੜਾ ਕੰਮ ਕਰ ਰਹੇ ਨੇ। ਇੱਕ ਇਹ ਵੀ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਜੋ ਨੂੰਹ ਹੈ ਉਹਨੂੰ ਵੀ ਇਹ ਪੜ੍ਹਾਉਂਦੇ ਨੇ, ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਛੱਲੀਆਂ ਦੇ ਕੰਮ ਤੋਂ ਕਿੰਨਾ ਕੁ ਕਮਾਈ ਇਹਨਾਂ ਨੂੰ ਹੁੰਦੀ ਹੋਏਗੀ, ਤੇ ਇਹ ਆਪਣੀ ਅੱਗੋਂ ਨੂੰਹ ਨੂੰ ਪੜ੍ਹਾ ਰਹੇ ਨੇ। ਲੋਕ ਅਕਸਰ ਆਪਾਂ ਦੇਖਦੇ ਹੁੰਦੇ ਆ ਖਬਰਾਂ ਦੇ ਵਿੱਚ ਆਪਣੀ ਕੁੜੀਆਂ ਨੂੰ ਪੜ੍ਹਾਉਣਾ ਬੰਦ ਕਰ ਦਿੰਦੇ ਨੇ, ਇਹ ਆਪਣੀ ਅੱਗੋਂ ਨੂੰਹ ਨੂੰ ਪੜ੍ਹਾ ਰਹੇ ਨੇ ਆਪਣੀ ਕੁੜੀ ਸਮਝ ਕੇ। ਤਾਂ ਇਹ ਸਲਾਮ ਹੈ ਇਹੋ ਜਿਹੇ ਲੋਕਾਂ ਨੂੰ ਜੋ ਅਜਿਹੇ ਵਿੱਚ ਇੰਨਾ ਚੰਗਾ ਕੰਮ ਕਰਦੇ ਨੇ, ਅਤੇ ਅਸੀਂ ਵੀ ਆਸ ਇਹੀ ਕਰਦੇ ਹਾਂ, ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਇਹਨਾਂ ਦੀਆਂ ਮਿਹਨਤਾਂ ਨੂੰ ਭਾਗ ਲਾਵੇ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।